ਲੜੀਵਾਰ ਕਥਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 821 ਅੰਗ ਤੇ ਕਥਾ ਪਹੁੰਚੀ ਹੈ। 84 ਸ਼ਬਦ ਰਾਗ ਬਿਲਾਵਲ ਦੇ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ। ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਕਥਾ ਚੱਲ ਰਹੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਰਾਖ ਲਿਏ ਆਪਣੇ ਜਾਨ ਆਪ। ਬਿਲਾਵਲ ਰਾਗ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਅੰਮ੍ਰਿਤ ਵਾਕ ਹਨ। ਰਾਖ ਲਿਏ ਆਪਣੇ ਜਾਨ ਆਪ। ਆਪਣੇ ਜਨਾਂ ਨੂੰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਰੱਖ ਲਿਆ, ਆਪ ਰੱਖਿਆ। ਕਿਸੇ ਦੂਜੇ ਨੂੰ ਨਹੀਂ ਭੇਜਿਆ ਵੀ ਜਾ ਉਹਦੀ ਜਾ ਕੇ ਰੱਖਿਆ ਕਰ। ਖੁਦ ਆਪ ਆ ਕੇ ਰੱਖਿਆ ਆਪਣੇ ਜਨਾਂ ਨੂੰ, ਆਪਣੇ ਸੇਵਕਾਂ ਨੂੰ। ਇਹ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਬਿਰਦ ਹੈ, ਪ੍ਰਣ ਹੈ ਕਿ ਉਹ ਆਪਣੇ ਜਨਾਂ ਦੀ ਰੱਖਿਆ ਖੁਦ ਆਪ ਕਰਦਾ, ਖੁਦ ਆਪ। ਸਤਿਗੁਰਾਂ ਦਾ ਇਤਿਹਾਸ ਪੜ੍ਹੀਏ। ਜੇ ਭਾਈ ਕਾਲੇ ਦੇ ਉੱਤੇ ਜੈਤ ਪ੍ਰਾਣੇ ਨੇ ਬਰਛੀ ਦਾ ਵਾਰ ਕੀਤਾ ਤੇ ਧੰਨ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੰਗ ਦੇ ਮੈਦਾਨ 'ਚ ਪਹੁੰਚ ਕੇ ਜੈਤ ਪ੍ਰਾਣੇ ਦੀ ਬਰਛੀ ਦੇ ਅੱਗੇ ਲੋਹੇ ਦੀ ਐਰਣ ਕਰਕੇ ਉਹਦੇ ਵਾਰ ਨੂੰ ਰੋਕ ਕੇ ਆਪਣੇ ਸੇਵਕ ਭਾਈ ਕਾਲੇ ਦੀ ਰੱਖਿਆ ਆਪ ਕਰਦੇ ਨੇ। ਇਹ ਮਹਾਰਾਜ ਜੀ ਦਾ ਇਤਿਹਾਸ ਹੈ। ਜਿੱਥੇ ਜਿੱਥੇ ਵੀ ਸਾਹਿਬ ਦੇ ਜਨਾਂ ਨੇ ਸਾਹਿਬ ਨੂੰ ਅਰਾਧਿਆ, ਸਾਹਿਬ ਜੀ ਨੇ ਆਪ ਪ੍ਰਤੱਖ ਹੋ ਕੇ ਆਪਣੇ ਸੇਵਕਾਂ ਦੀ ਰੱਖਿਆ ਕੀਤੀ, ਆਪ ਪ੍ਰਤੱਖ ਹੋ ਕੇ। ਇਹ ਮੇਰੇ ਸਾਹਿਬ ਦਾ ਆਦ ਜੁਗਾਦੀ ਮੁੱਢ ਕਦੀਮੀ ਸੁਭਾਓ ਹੈ ਔਰ ਬਿਰਦ ਹੈ। ਇਸ ਕਰਕੇ ਇੱਥੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਰਾਖ ਲਿਏ ਆਪਣੇ ਜਾਨ ਆਪ। ਜੇ ਵੇਖਿਆ ਕਿ ਭਾਈ ਜੋਗਾ ਸਿੰਘ ਡੋਲਣ ਲੱਗਾ ਤੇ ਮੇਰੇ ਸਾਹਿਬ ਕਲਗੀਧਰ ਜੀ ਆਪਣੇ ਕਿਸੇ ਸੇਵਕ ਨੂੰ ਨਹੀਂ ਭੇਜਦੇ ਵੀ ਜਾਓ ਉਹਦੀ ਰੱਖਿਆ ਕਰੋ। ਡੋਲਣ ਲੱਗਾ ਜੋਗਾ ਸਿੰਘ, ਭਰਮ 'ਚ ਪੈ ਗਿਆ। ਆਪ ਖੁਦ ਜਾ ਕੇ ਭਾਈ ਜੋਗਾ ਸਿੰਘ ਦੀ ਰੱਖਿਆ ਕਰਦੇ ਆ। ਆਪਣੇ ਸੇਵਕ ਨੂੰ ਨਰਕ ਤੋਂ ਡਿੱਗਣ ਤੋਂ ਆਪ ਬਚਾਉਂਦੇ ਆ। ਇਹ ਸਾਹਿਬ ਦਾ ਮੁੱਢ ਕਦੀਮੀ ਸੁਭਾਅ ਹੈ। ਇਸ ਕਰਕੇ ਇੱਥੇ ਕਹਿ ਰਹੇ ਨੇ ਆਪਣਿਆਂ ਜਨਾਂ ਨੂੰ ਸਾਹਿਬ ਜੀ ਤੁਸੀਂ ਆਪ ਕਿਰਪਾ ਕਰਕੇ ਰੱਖ ਲਿਆ ਹੈ। ਕਰ ਕਿਰਪਾ ਹਰ ਹਰ ਨਾਮ ਦੀਨੋ। ਬਿਨਸ ਗਏ ਸਭ ਸੋਗ ਸੰਤਾਪ। ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦੇ ਦਾਨ ਦੀ ਦਾਤ ਬਖਸ਼ੀ ਹੈ। ਕਰ ਕਿਰਪਾ ਹਰ ਹਰ ਨਾਮ ਦੀਨੋ। ਮਹਾਰਾਜ ਕਿਰਪਾ ਕਰਕੇ ਤੁਸੀਂ ਆਪਣੇ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਹੈ। ਬਿਨਸ ਗਏ ਸਭ ਸੋਗ ਸੰਤਾਪ। ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ੀ ਹੈ ਉਹਨਾਂ ਦੇ ਸਾਰੇ ਸੋਗ ਸਾਰੇ ਸੰਤਾਪ ਬਿਨਸ ਗਏ। ਸੰਤਾਪ ਦਾ ਕੀ ਮਤਲਬ ਹੁੰਦਾ ਹੈ? ਸੰਤਾਪ ਦਾ ਮਤਲਬ ਹੁੰਦਾ ਭਲੀ ਪ੍ਰਕਾਰ ਨਾਲ ਜਿਹੜਾ ਤਪਾਵੇ,
ਸੰਗ ਨਾਮ ਹੁੰਦਾ ਭਲੀ ਪ੍ਰਕਾਰ, ਤਾਪ ਨਾਮ ਹੁੰਦਾ ਤਪਾਉਣ ਦਾ। ਜਿਹੜਾ ਚੰਗੇ ਤਰੀਕੇ ਨਾਲ ਤਪਾਵੇ, ਚੰਗੇ ਤਰੀਕੇ ਨਾਲ ਮਤਲਬ ਚੰਗੀ ਤਰ੍ਹਾਂ ਤਪਾਵੇ, ਥੋੜਾ ਬਹੁਤ ਨਹੀਂ, ਬਹੁਤ ਜ਼ਿਆਦਾ ਦੁੱਖ ਦੇਵੇ, ਉਹਨੂੰ ਕਹਿੰਦੇ ਨੇ ਸੰਤਾਪ। ਮਹਾਰਾਜ ਜੀ ਤੁਸੀਂ ਦਇਆ ਕੀਤੀ ਆਪਣੇ ਸੇਵਕਾਂ ਤੇ, ਕਿਰਪਾ ਕਰਕੇ ਆਪਣੇ ਨਾਮ ਦਾ ਦਾਨ ਬਖਸ਼ਿਆ, ਜਿਸ ਕਰਕੇ ਉਹਨਾਂ ਦੇ ਸੋਗ ਤੇ ਸੰਤਾਪ ਦੋਵੇਂ ਹੀ ਲੱਥ ਗਏ ਨੇ, ਦੂਰ ਹੋ ਗਏ ਨੇ। ਰਹਾਉ ਗੁਣ ਗੋਬਿੰਦ ਗਾਵੋ ਸਭ ਹਰ ਜਨ, ਰਾਗ ਰਤਨ ਰਸਨਾ ਆਲਾਪ। ਮਹਾਰਾਜ ਜੀ ਕਹਿੰਦੇ ਹੇ ਹਰੀ ਦੇ ਜਨੋ, ਗੋਬਿੰਦ ਦੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ, ਪਰਮੇਸ਼ਰ ਦੇ ਅਕਾਲ ਪੁਰਖ ਦੇ ਗੁਣ ਗਾਵੋ ਹਰੀ ਦੇ ਜਨੋ, ਰਾਗ ਰਤਨ ਰਸਨਾ ਆਲਾਪ। ਕਹਿੰਦੇ ਜੋ ਰਤਨਾਂ ਦੇ ਸਮਾਨ ਕੀਮਤੀ ਰਾਗ ਨੇ, ਉਹਨਾਂ ਰਾਗਾਂ ਦੇ ਵਿੱਚ ਆਲਾਪ ਕਰਕੇ ਪਰਮੇਸ਼ਰ ਦੀ ਸਿਫਤ ਨੂੰ ਗਾਵੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਦਾ ਮਤਲਬ ਹੈ ਵੀ ਜਿਹੜਾ ਕੀਰਤਨ ਕਰਨਾ ਨਾ, ਉਹ ਰਾਗ ਦੇ ਵਿੱਚ ਆਲਾਪ ਕਰਕੇ ਪਰਮੇਸ਼ਰ ਦੀ ਸਿਫਤ ਕਰੋ। ਰਾਗ ਇੱਥੇ ਰਾਗ ਦਾ ਨਾਮ ਹੈ, ਜਿਵੇਂ ਬਿਲਾਵਲ ਰਾਗ ਹੈ, ਸ੍ਰੀ ਰਾਗ ਹੈ, ਗੌਂਡ ਹੈ, ਮਾਰੂ ਹੈ, ਇਹ ਸਾਰੇ ਰਾਗ ਨੇ ਗੁਰਬਾਣੀ ਦੇ। ਕਹਿੰਦੇ ਕੀਮਤੀ ਰਤਨ ਨੇ, ਇਹ ਕੀਮਤੀ ਰਤਨ ਰੂਪ ਜੋ ਰਾਗ ਨੇ, ਇਹਨਾਂ ਦਾ ਆਲਾਪ ਕਰਕੇ ਪਰਮੇਸ਼ਰ ਦੀ ਸਿਫਤ ਨੂੰ ਗਾਵੋ। ਕਿ ਕਿਤੇ ਅੱਜ ਵਰਤਮਾਨ ਦੇ ਸਮੇਂ 'ਚ ਝਾਤੀ ਮਾਰ ਕੇ ਵੇਖੀਏ ਕਿ ਇਹ ਰਾਗ ਵਿਦਿਆ ਕਿਤੇ ਅਲੋਪ ਤਾਂ ਨਹੀਂ ਹੋ ਰਹੀ? ਕੀ ਨਵੀਨਤਾ ਦੇ ਪਿੱਛੇ ਲੱਗ ਕੇ ਪੁਰਾਤਨਤਾ ਦਾ ਜਿਹੜਾ ਯੁੱਗ ਸੀ ਕੀਰਤਨ ਦਾ, ਉਹ ਕਿਤੇ ਕਿਤੇ ਅਲੋਪ ਹੁੰਦਾ ਨਜ਼ਰ ਤਾਂ ਨਹੀਂ ਆ ਰਿਹਾ? ਇਹਦਾ ਵਿਸ਼ਲੇਸ਼ਣ ਗੁਰੂ ਘਰ ਦੇ ਕੀਰਤਨੀਆਂ ਨੂੰ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਏ, ਇਹਦਾ ਚਿੰਤਨ ਕਰਨਾ ਚਾਹੀਏ। ਕੀ ਉਹ ਸ਼ੈਲੀ ਸਾਡੀ ਰਹਿ ਗਈ ਹੈ ਜੋ ਪੁਰਾਤਨ ਸਮੇਂ ਵਿੱਚ ਰਾਗੀ ਸਿੰਘਾਂ ਦੀ ਸੀ? ਨਹੀਂ ਹੈ ਤਾਂ ਫਿਰ ਉਹਨੂੰ ਸੁਧਾਰਨਾ ਚਾਹੀਏ। ਪਾਤਸ਼ਾਹ ਇੱਥੇ ਕਹਿੰਦੇ ਰਤਨਾਂ ਦੇ ਸਮਾਨ ਜੋ ਕੀਮਤੀ ਰਾਗ ਨੇ, ਉਹਨਾਂ ਰਾਗਾਂ ਵਿੱਚ ਆਲਾਪ ਕਰਕੇ ਪਰਮੇਸ਼ਰ ਦੀ ਕੀਰਤੀ ਨੂੰ ਗਾਇਨ ਕਰੋ, ਨਿਰੰਕਾਰ ਦੀ ਸਿਫਤ ਨੂੰ ਗਾਇਨ ਕਰੋ। ਹਾਂਜੀ। ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ, ਰਾਮ ਰਸਾਇਣ ਆਤਮ ਤ੍ਰਾਪ। ਕਰੋੜਾਂ ਜਨਮਾਂ ਦੀ ਤ੍ਰਿਸ਼ਨਾ ਲੱਥ ਗਈ ਹੈ ਸਾਡੇ ਅੰਦਰੋਂ। ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਕਰੋੜਾਂ ਜਨਮਾਂ ਦੀ ਤ੍ਰਿਸ਼ਨਾ। ਤ੍ਰਿਸ਼ਨਾ ਇੱਕ ਜਨਮ ਦੀ ਨਹੀਂ ਨਾ ਹੈ, ਇਹ ਬੁਝਦੀ ਨਹੀਂ ਪਦਾਰਥਾਂ ਦੀ। ਜਿੰਨੀ ਮਰਜ਼ੀ ਅੱਗੇ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਈਏ, ਅੱਗ ਜਿਵੇਂ ਜਿਵੇਂ ਮੱਚਦੀ ਚਲੀ ਜਾਂਦੀ। ਪੁਰਾਣੇ ਸਮਿਆਂ 'ਚ ਜਿਹੜੇ ਰਾਜੇ ਸੀ ਨਾ, ਧਰਮੀ ਰਾਜੇ, ਉਹ ਅਕਸਰ ਸ਼ਾਮ ਦੇ ਸਮੇਂ ਜਾਂ ਦਿਨ ਦੇ ਸਮੇਂ ਜਾਂ ਰਾਤ ਦੇ ਸਮੇਂ ਆਪਣਾ ਭੇਸ ਵਟਾ ਕੇ ਕਿਸੇ ਖੇਸੀ ਦੀ, ਕਿਸੇ ਕੰਬਲ ਦੀ ਬੁੱਕੜ ਮਾਰ ਕੇ, ਮੂੰਹ ਲੁਕਾ ਕੇ ਤੇ ਲੋਕਾਂ ਵਿੱਚ ਪਰਜਾ 'ਚ ਆਪ ਫਿਰਿਆ ਕਰਦੇ ਸੀ, ਇਹ ਜਾਣਨ ਲਈ ਕਿ ਮੇਰੇ ਲੋਕ ਮੇਰੇ ਲਈ ਕੀ ਸੋਚਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਦੁੱਖ ਤਕਲੀਫਾਂ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਉਹ ਆਪਣੇ ਵਜ਼ੀਰਾਂ ਜਾਂ ਆਪਣੇ ਮੰਤਰੀਆਂ ਦੀ ਕਹਿਵਤ ਨਾਲ ਹੀ ਕੰਮ ਨਹੀਂ ਸੀ ਕਰਦੇ, ਖੁਦ ਆਪ ਵਿਚਰਦੇ ਸੀ। ਇੱਕ ਰਾਜਾ ਸ਼ਾਮ ਜੇ ਦਾ ਸਮਾਂ ਭੇਸ ਵਟਾ ਕੇ ਇੱਕ ਗਲੀ ਚੋਂ ਲੰਘ ਰਿਹਾ ਤੇ ਇੱਕ ਘਰ ਦੇ ਵਿੱਚੋਂ ਆਵਾਜ਼ ਆ ਰਹੀ, ਬੈਠਕ ਵਿੱਚੋਂ। ਇਹ ਖਲੋ ਕੇ ਸੁਣਨ ਲੱਗ ਪਿਆ ਵੀ ਕੀ ਆਵਾਜ਼ ਆਉਂਦੀ। ਇੱਕ ਪੰਡਤ ਹੈ ਤੇ ਪੰਡਤਾਣੀ ਨਾਲ ਗੱਲ ਕਰ ਰਿਹਾ ਕਿ ਆਪਣੀ ਧੀ ਦੀ ਸ਼ਾਦੀ ਆ ਰਹੀ ਹੈ ਨੇੜੇ,
ਜੇ ਆਪਣੇ ਕੋਲ 500 ਰੁਪਈਆ ਹੋਵੇ ਤੇ ਵਧੀਆ ਵਿਆਹ ਹੋ ਜਾਏ। ਰਾਜਾ ਸੁਣ ਕੇ ਉੱਥੋਂ ਚਲਾ ਗਿਆ। ਅਗਲੇ ਦਿਨ ਸਵੇਰ ਚੜੀ, ਨੌਕਰ ਭੇਜੇ ਵੀ ਜਾਓ ਫਲਾਣੇ ਪੰਡਤ ਨੂੰ ਮੇਰੇ ਕੋਲ ਸੱਦ ਕੇ ਲਿਆਓ। ਪੰਡਤ ਜੀ ਆਏ ਤੇ ਰਾਜੇ ਨੇ ਆਖਿਆ, ਪੰਡਤ ਜੀ ਅੱਜ ਸ਼ਾਮ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਜਿੰਨੀ ਕਮਾਇਆ ਮੇਰੇ ਖਜ਼ਾਨਿਆਂ ਚ ਲਿਜਾ ਸਕਦੇ ਹੋ ਲੈ ਜਾਓ। ਇਹਨੇ ਜਾ ਕੇ ਜਿਹੜਾ ਰਾਤ ਸੋਚ ਰਿਹਾ ਸੀ ਵੀ ਕੱਲਾ 500 ਰੁਪਈਆ ਹੋਵੇ ਤੇ ਵਧੀਆ ਕੰਮ ਹੋ ਜਾਏ, ਉਹਨੇ ਜਾ ਕੇ ਸਬਰ ਤੇ ਸੰਤੋਖ ਦੀ ਬਿਰਤੀ ਨਹੀਂ ਰੱਖੀ। 500 ਚੁੱਕਣ ਦੀ ਬਜਾਏ ਉਹਨੇ ਇੱਕ ਪੰਡ ਭਰੀ, ਘਰ ਸੁੱਟ ਕੇ ਆਇਆ, ਦੂਜੀ ਪੰਡ ਲੈਣ ਆ ਗਿਆ। ਦੂਜੀ ਭਰੀ, ਉਹ ਵੀ ਸੁੱਟ ਕੇ, ਫਿਰ ਤੀਜੀ, ਫਿਰ ਚੌਥੀ। ਸਾਰਾ ਦਿਨ ਪੰਡਾਂ ਭਰ ਭਰ ਕੇ ਘਰ 'ਚ ਪੈਸਿਆਂ ਦੀਆਂ ਸੁੱਟਦਾ ਰਿਹਾ। ਹੁਣ ਸਮਾਂ ਉਹ ਆ ਗਿਆ ਵੀ ਹੁਣ ਸੂਰਜ ਛੁਪਣ ਵਾਲਾ ਹੈ। ਇੱਕ ਪੰਡ ਘਰ ਛੱਡ ਕੇ ਆਉਂਦਾ ਤੇ ਦੂਜੀ ਲਿਜਾਣ ਵਾਸਤੇ ਸੂਰਜ ਛੁਪ ਜਾਣਾ ਸੀ। ਇਹਨੇ ਆਖਿਆ ਵੀ 2 ਪੰਡਾਂ ਭਰ ਕੇ ਰੱਖ ਲਵਾਂ, ਇੱਕ ਪੰਡ ਸਿਰ ਤੇ ਧਰ ਲਈ, ਇੱਕ ਬਾਹਰ ਰੱਖ ਲਈ ਵੀ ਜੇ ਸੂਰਜ ਛੁਪ ਜਾਏਗਾ ਇਹ ਬਾਹਰੋਂ ਚੁੱਕ ਕੇ ਲੈ ਜਾਣਾ। ਉਹ ਪੰਡ ਜਾ ਕੇ ਨੇ ਸੁੱਟੀ। ਜਦੋਂ ਅਖੀਰਲੀ ਪੰਡ ਚੁੱਕਣ ਆਇਆ ਤੇ ਉੱਥੇ ਖੜੇ ਖਜ਼ਾਨਚੀ ਤੇ ਨੌਕਰਾਂ ਨੇ ਆਖਿਆ ਵੀ ਹੁਣ ਨਹੀਂ। ਹੁਕਮ ਸੀ ਬਾਦਸ਼ਾਹ ਦਾ ਕਿ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਜਿੰਨਾ ਲਿਜਾ ਸਕਦਾ ਲੈ ਜਾਏ। ਹੁਣ ਸੂਰਜ ਛਿਪ ਗਿਆ। ਕਹਿੰਦਾ ਇਹ ਮੈਂ ਸੂਰਜ ਛਿਪਣ ਤੋਂ ਪਹਿਲਾਂ ਹੀ ਬਾਹਰ ਕੱਢ ਕੇ ਰੱਖ ਗਿਆ ਸੀ। ਕਹਿੰਦੇ ਨਹੀਂ, ਭਾਵੇਂ ਤੂੰ ਬਾਹਰ ਕੱਢ ਕੇ ਰੱਖ ਗਿਆ ਸੀ ਪਰ ਹੁਣ ਸੂਰਜ ਛੁਪ ਗਿਆ, ਇੱਥੋਂ ਨਹੀਂ ਤੂੰ ਲਿਜਾ ਸਕਦਾ। ਕਹਿੰਦਾ ਨਹੀਂ, ਮੈਂ ਤਾਂ ਪਹਿਲਾਂ ਸੂਰਜ ਛੁਪਣ ਤੋਂ ਬਾਹਰ ਕੱਢ ਕੇ ਰੱਖੀ ਹੈ। ਵੈਸਮ ਵੈਸੀ ਹੋਈ, ਰਾਜੇ ਤੱਕ ਗੱਲ ਪਹੁੰਚੀ। ਰਾਜਾ ਉੱਥੇ ਪਹੁੰਚਿਆ। ਹਾਂ ਜੀ, ਕਹਿੰਦੇ ਜੀ ਆਹ ਗੱਲ ਹੈ। ਰਾਜੇ ਨੇ ਆਖਿਆ, ਪੰਡਤ ਜੀ ਰਾਤੀ ਪੰਡਤਾਣੀ ਨਾਲ ਗੱਲ ਕਰਦੇ ਸੀ ਕਿ 500 ਰੁਪਈਆ ਹੋਵੇ ਤੇ ਵਧੀਆ ਕੰਮ ਚੱਲ ਜਾਏ। ਹਜ਼ਾਰਾਂ ਲੱਖਾਂ ਰੁਪਈਆ ਲਿਜਾ ਕੇ ਵੀ ਤੇਰਾ ਮਨ ਨਹੀਂ ਰੱਜਿਆ, ਹਾਲੇ ਵੀ ਇੱਥੇ ਲੜੀ ਜਾਣਾ। ਪੰਡਤ ਦੀਆਂ ਅੱਖਾਂ ਨੀਵੀਆਂ ਹੋ ਗਈਆਂ, ਕੋਈ ਜਵਾਬ ਨਹੀਂ ਔੜਿਆ। ਰਾਜਾ ਕਹਿਣ ਲੱਗਾ, ਪੰਡਤ ਇਹ ਤ੍ਰਿਸ਼ਨਾ ਹੈ। ਤੈਨੂੰ ਜੇ ਮੈਂ ਮਹੀਨੇ ਭਰ ਲਈ ਵੀ ਕਹਿ ਦਿਆਂ ਵੀ ਲਈ ਚੱਲ ਜਿੰਨਾ ਲੈ ਕੇ ਜਾਣਾ ਹੈ, ਤੇਰੀ ਤ੍ਰਿਸ਼ਨਾ ਫਿਰ ਵੀ ਨਹੀਂ ਬੁਝਣੀ, ਫਿਰ ਵੀ ਸ਼ਾਂਤ ਨਹੀਂ ਹੋਣੀ। ਇਹ ਤ੍ਰਿਸ਼ਨਾ ਦੀ ਅੱਗ ਹੈ, ਇਹਦੇ 'ਚ ਜਿੰਨੇ ਪਦਾਰਥ ਪਾਵੇਂਗਾ ਓਨੇ ਦੇ ਭਾਂਬੜ ਮਚੀ ਜਾਣੇ। ਗਰੀਬ ਨਵਾਜ ਸਾਹਿਬ ਜੀ ਇੱਥੇ ਕਹਿੰਦੇ ਕਿ ਜਨਮਾਂ ਜਨਮਾਂ ਦੀ ਤ੍ਰਿਸ਼ਨਾ ਦੀ ਅੱਗ ਹੈ ਜੋ ਮਨੁੱਖ ਦੇ ਹਿਰਦੇ 'ਚ ਬਲ ਰਹੀ ਹੈ। ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਕਰੋੜਾਂ ਜਨਮਾਂ ਦੀ ਮੇਰੇ ਅੰਦਰ ਜਿਹੜੀ ਤ੍ਰਿਸ਼ਨਾ ਸੀ ਉਹ ਨਿਰਵਿਰਤ ਹੋ ਗਈ ਹੈ। ਰਾਮ ਰਸਾਇਣ ਆਤਮ ਤ੍ਰਾਪ, ਰਾਮ ਦੇ ਨਾਮ ਦਾ ਜਿਹੜਾ ਰਸ ਹੈ, ਰਸਾਇਣ, ਉਹਦੇ ਨਾਲ ਮੇਰੀ ਆਤਮਾ ਤ੍ਰਿਪਤ ਹੋ ਗਈ ਆ। ਆਤਮ ਤ੍ਰਾਪ, ਤ੍ਰਾਪ ਦਾ ਮਤਲਬ ਹੁੰਦਾ ਤ੍ਰਿਪਤ ਹੋ ਜਾਣਾ, ਰੱਜ ਜਾਣਾ। ਨਾਮ ਦੇ ਰਸਾਇਣ ਨਾਲ ਮੇਰੀ ਆਤਮਾ ਰੱਜ ਗਈ ਹੈ। ਹੁਣ ਮੇਰੇ ਅੰਦਰ ਕਿਸੇ ਪਦਾਰਥ ਦੀ ਕੋਈ ਤ੍ਰਿਸ਼ਨਾ ਬਾਕੀ ਨਹੀਂ ਰਹੀ। ਚਾਰਣ ਗਾਹੇ ਸਾਰਣ ਸੁਖ ਦਾਤੇ, ਗੁਰ ਕੈ ਬਚਨ ਜਪੇ ਹਰ ਜਾਪ। ਮੈਂ ਆਪਣੇ ਮਾਲਕ ਦੇ ਸੁੱਖਾਂ ਦੇ ਦਾਤੇ ਸਤਿਗੁਰਾਂ ਦੇ ਚਰਨ ਪਕੜ ਲਏ ਨੇ ਔਰ ਉਹਨਾਂ ਦੀ ਸ਼ਰਨ ਗ੍ਰਹਿਣ ਕਰ ਲਈ, ਔਰ ਗੁਰੂ ਦੇ ਬਚਨਾਂ ਦੁਆਰਾ ਜਪੇ ਹਰ ਜਾਪ। ਗੁਰੂ ਦੇ ਬਚਨਾਂ ਦੁਆਰਾ ਮੈਂ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਜਾਪ ਨੂੰ ਜਪਿਆ ਹੈ। ਸਾਗਰ ਤਰੇ ਭਰਮ ਭੈ ਬਿਨਸੀ,
ਕਹੋ ਨਾਨਕ ਠਾਕੁਰ ਪਰਤਾਪ। ਕਹਿੰਦੇ ਮੈਂ ਇਸ ਭਵ ਸਾਗਰ ਤੋਂ ਤਰ ਗਿਆ, ਭਰਮ ਤੇ ਡਰ ਮੇਰੇ ਬਿਨਸ ਗਏ ਨੇ। ਇਹ ਸਭ ਮੇਰੇ ਠਾਕੁਰ ਦਾ ਪ੍ਰਤਾਪ ਹੈ। ਕਹੋ ਨਾਨਕ ਠਾਕੁਰ ਪ੍ਰਤਾਪ। ਇਸ ਭਵ ਸਾਗਰ ਤੋਂ ਮੈਂ ਤਰ ਗਿਆ, ਮੇਰੇ ਭਰਮ ਤੇ ਡਰ ਦੂਰ ਹੋ ਗਏ ਨੇ। ਇਹ ਸਭ ਮੇਰੇ ਠਾਕੁਰ ਦਾ, ਮੇਰੇ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਤਾਪ ਹੈ। ਬਿਲਾਵਲ ਮਹੱਲਾ ਪੰਜਵਾ। ਤਾਪ ਲਾਹਿਆ ਗੁਰ ਸਿਰਜਨਹਾਰ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮੇਰੇ ਜਿਤਨੇ ਤਾਪ ਸਨ ਉਹ ਤਾਪ ਲਾ ਦਿੱਤੇ ਨੇ ਮੇਰੇ ਸਿਰਜਣਹਾਰ ਸੁਆਮੀ ਨੇ। ਇੱਥੇ ਮਹਾਂਪੁਰਸ਼ ਇਹ ਵੀ ਦੱਸਦੇ ਆ ਵੀ ਜਦੋਂ ਛੇਵੇਂ ਪਾਤਸ਼ਾਹ ਨੂੰ ਤਾਪ ਚੜਿਆ ਸੀ ਤੇ ਉਹ ਤਾਪ ਨਿਰਵਿਰਤ ਹੋਇਆ ਤਾਂ ਗੁਰੂ ਅਰਜਨ ਸਾਹਿਬ ਨੇ ਪਰਮੇਸ਼ਰ ਦੇ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰਿਆ ਕਿ ਸਿਰਜਣਹਾਰ ਵਾਹਿਗੁਰੂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸਰੀਰ ਤੇ ਚੜਿਆ ਜਿਹੜਾ ਤਾਪ ਸੀ ਉਹ ਤਾਪ ਲਾ ਦਿੱਤਾ, ਦੂਰ ਕਰ ਦਿੱਤਾ ਹੈ। ਸਤਿਗੁਰ ਆਪੁਨੇ ਕਉ ਬਲ ਜਾਈ, ਜਿਨ ਪੈਜ ਰੱਖੀ ਸਾਰੈ ਸੰਸਾਰ। ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ, ਜਿਸ ਵਾਹਿਗੁਰੂ ਨੇ ਮੇਰੀ ਇਹ ਸੰਸਾਰ ਦੇ ਵਿੱਚ ਪੈਜ ਰੱਖ ਲਈ। ਜਿਨ ਪੈਜ ਰੱਖੀ ਸਾਰੈ ਸੰਸਾਰ। ਇਸ ਸਾਰੇ ਸੰਸਾਰ ਵਿੱਚ ਜਿਸ ਵਾਹਿਗੁਰੂ ਨੇ ਪਰਮੇਸ਼ਰ ਨੇ ਮੇਰੀ ਪੈਜ ਰੱਖ ਲਈ ਹੈ, ਮੈਂ ਉਹਦੇ ਤੋਂ ਬਲਿਹਾਰ ਜਾਵਾਂ। ਰਹਾਉ ਕਰ ਮਸਤਕ ਧਾਰ, ਬਾਲਿਕ ਰੱਖ ਲੀਨੋ। ਵਾਹਿਗੁਰੂ ਨੇ ਆਪ ਆਪਣਾ ਮੇਰਾ ਭਰਿਆ ਹੱਥ ਧਰ ਕੇ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਰੱਖ ਲਿਆ। ਬਾਲਕ ਸ੍ਰੀ ਹਰਗੋਬਿੰਦ ਸਾਹਿਬ ਦੀ ਰੱਖਿਆ ਕਰ ਲਈ ਹੈ। ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ। ਮੇਰੇ ਪ੍ਰਭੂ ਨੇ ਅੰਮ੍ਰਿਤ ਨਾਮ ਦਾ ਮਹਾਰਸ ਉਹ ਮੈਨੂੰ ਬਖਸ਼ ਦਿੱਤਾ ਹੈ, ਪ੍ਰਦਾਨ ਕਰ ਦਿੱਤਾ ਹੈ। ਦਾਸ ਕੀ ਲਾਜ ਰੱਖੈ ਮਿਹਰਬਾਨ। ਆਪਣਿਆਂ ਦਾਸਾਂ ਦੀ ਲਾਜ ਉਹ ਮਿਹਰਬਾਨ ਵਾਹਿਗੁਰੂ ਜੀ ਆਪ ਰੱਖਦੇ ਹਨ। ਗੁਰ ਨਾਨਕ ਬੋਲੇ ਦਰਗਾਹ ਪਰਵਾਨ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਉਹ ਦੁਨੀਆ ਦੇ ਲੋਕੋ ਸੁਣੋ, ਜੋ ਗੁਰੂ ਬੋਲਦਾ ਉਹ ਬੋਲ ਬੋਲਦਾ ਜੋ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਗੁਰੂ ਉਹ ਬੋਲ ਬੋਲਦਾ ਜਿਹੜੇ ਬੋਲ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹੈ, ਨਿਰੰਕਾਰ ਦੇ ਘਰ 'ਚ ਪ੍ਰਵਾਨ ਹੁੰਦੇ ਹੈ। ਉਹ ਬੋਲ ਗੁਰੂ ਆਪਣੀ ਰਸਨਾ ਤੋਂ ਬੋਲਦਾ ਹੈ। ਰਾਗ ਬਿਲਾਵਲ ਮਹੱਲਾ ਪੰਜਵਾ। ਚੌ ਪਦੇ ਦੋ ਪਦੇ ਘਰ ਸਤਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ 4-4 ਪਦਿਆਂ ਵਾਲੇ ਔਰ 2-2 ਪਦਿਆਂ ਵਾਲੇ ਸ਼ਬਦ ਆਰੰਭ ਹੋਣ ਲੱਗੇ। ਘਰ ਸਤਵੇਂ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕਰਨਾ। ਇੱਕ ਅਦੁੱਤੀ ਪ੍ਰਮਾਤਮਾ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ। ਪਾਤਸ਼ਾਹ ਕਹਿੰਦੇ ਮੇਰੇ ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਨਾ, ਇਹ ਅੰਧਕਾਰ ਦੇ ਵਿੱਚ ਦੀਵੇ ਦੇ ਸਮਾਨ ਜਗਦਾ ਹੈ। ਜਿਵੇਂ ਹਨੇਰਾ ਹੋਵੇ ਤੇ ਹਨੇਰੇ 'ਚ ਇੱਕਦਮ ਦੀਵਾ ਜਗਦਾ ਨਾ, ਏਦਾਂ ਜੀਵ ਦੇ ਅੰਦਰ ਜਿਹੜਾ ਅੰਧਕਾਰ ਹੈ ਨਾ, ਅਗਿਆਨਤਾ ਦਾ ਹਨੇਰਾ ਹੈ, ਉਸ ਅੰਧਕਾਰ ਦੇ ਵਿੱਚ ਸਤਿਗੁਰਾਂ ਦਾ ਸ਼ਬਦ ਦੀਵੇ ਦੇ ਸਮਾਨ ਉਜਿਆਲਾ ਚਾਨਣਾ ਕਰਦਾ ਹੈ। ਦੀਵੇ ਦੇ ਸਮਾਨ ਉਹ ਅੰਦਰ ਚਾਨਣਾ ਤੇ ਪ੍ਰਕਾਸ਼ ਕਰਦਾ ਹੈ। ਬਿਨਸਿਓ ਅੰਧਕਾਰ ਤੇ ਮੰਦਰ,
ਰਤਨ ਕੋਠੜੀ ਖੁੱਲੀ ਅਨੂਪਾ। ਇਹਦੇ ਅੰਦਰ ਸਤਿਗੁਰਾਂ ਦੇ ਸ਼ਬਦ ਦਾ ਦੀਵਾ ਜਗ ਪੈਂਦਾ ਨਾ, ਕਹਿੰਦੇ ਉਹਦੇ ਅੰਦਰ ਦਾ ਜਿੰਨਾ ਅਗਿਆਨਤਾ ਦਾ ਹਨੇਰਾ ਉਹ ਦੂਰ ਹੋ ਜਾਂਦਾ ਹੈ। ਉਸ ਮੰਦਰ ਵਿੱਚ, ਉਸ ਹਿਰਦੇ ਵਿੱਚ ਸਾਰਾ ਅੰਧਕਾਰ ਹਨੇਰਾ ਦੂਰ ਹੋ ਜਾਂਦਾ ਹੈ ਤੇ ਕੀਮਤੀ ਰਤਨਾਂ ਦੀ ਕੋਠੜੀ ਹੈ ਜਿਹੜੀ ਉਹ ਖੁੱਲ ਜਾਂਦੀ ਅੰਦਰ। ਸਤ, ਸੰਤੋਖ, ਦਇਆ, ਖਿਮਾ, ਇਹ ਜਿੰਨੇ ਸ਼ੁਭ ਗੁਣਾਂ ਦੇ ਰਤਨ ਨੇ, ਕਹਿੰਦੇ ਉਹ ਰਤਨਾਂ ਦੀ ਕੋਠੜੀ ਅੰਦਰੋਂ ਖੁੱਲ ਜਾਂਦੀ ਹੈ, ਉਹਨੂੰ ਪ੍ਰਾਪਤ ਹੋ ਜਾਂਦੀ ਹੈ, ਸਾਰੇ ਸ਼ੁਭ ਗੁਣਾਂ ਦੇ ਉਹ ਸਹਿਤ ਹੋ ਜਾਂਦਾ ਹੈ। ਰਤਨ ਕੋਠੜੀ ਖੁੱਲੀ ਅਨੂਪਾ। ਅਨੂਪ ਦਾ ਮਤਲਬ ਹੁੰਦਾ ਵੀ ਜਿਹਦੀ ਉਪਮਾ ਹੀ ਨਾ ਕਹੀ ਜਾ ਸਕੇ। ਇਹੋ ਜਿਹੇ ਸ਼ੁਭ ਕੀਮਤੀ ਰਤਨਾਂ ਦੀ ਕੋਠੜੀ ਉਹਨਾਂ ਦੇ ਅੰਦਰ ਖੁੱਲ ਗਈ। ਖਜ਼ਾਨਾ ਨਹੀਂ, ਜਿਵੇਂ ਕਹਿੰਦੇ ਖਜ਼ਾਨਾ ਮਿਲ ਗਿਆ ਉਹਨਾਂ ਨੂੰ ਅੰਦਰੋਂ, ਜਦੋਂ ਚਾਨਣਾ ਹੋ ਗਿਆ ਨਾ, ਪ੍ਰਕਾਸ਼ ਹੋ ਗਿਆ, ਤੇ ਸ਼ੁਭ ਗੁਣਾਂ ਤੇ ਕੀਮਤੀ ਰਤਨਾਂ ਦਾ ਖਜ਼ਾਨਾ ਉਹਨਾਂ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਗਿਆ। ਰਤਨ ਕੋਠੜੀ ਖੁੱਲੀ ਅਨੂਪਾ, ਰਤਨ ਕੋਠੜੀ ਖੁੱਲੀ ਅਨੂਪਾ। 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 ਸ਼ੁਭ ਗੁਣਾਂ ਦੇ ਕੀਮਤੀ ਰਤਨਾਂ ਦੀ ਕੋਠੜੀ ਉਹਨਾਂ ਦੇ ਅੰਦਰ ਖੁੱਲ ਗਈ, ਜਿਨ੍ਹਾਂ ਅੰਦਰ ਸਤਿਗੁਰਾਂ ਦੇ ਸ਼ਬਦ ਦਾ ਪ੍ਰਕਾਸ਼ ਹੋਇਆ। ਰਹਾਉ ਬੇਸਮ ਨ ਬੇਸਮ ਪਾਏ ਜੋ ਪੇਖਿਓ, ਕਹਿਨ ਨਾ ਜਾਏ ਵਡਿਆਈ। ਕਹਿੰਦੇ ਉਸ ਬਿਸਮਾਤ ਨੂੰ ਵੇਖ ਕੇ ਬਿਸਮਾਦ ਹੋ ਗਏ। ਕਹਿੰਦੇ ਹੁਣ ਕਿਹਾ ਨਹੀਂ ਜਾਂਦਾ, ਕਹਿਣ ਨਾ ਜਾਏ। ਉਹ ਕਿਹਾ ਹੀ ਨਹੀਂ ਜਾਂਦਾ ਕਿ ਪਰਮੇਸ਼ਰ ਜੀ ਤੁਹਾਡੇ ਉਹਨਾਂ ਸ਼ੁਭ ਗੁਣਾਂ ਦੇ ਕੀਮਤੀ ਰਤਨਾਂ ਦੀ ਮੈਂ ਵਡਿਆਈ ਕੀ ਕਰਾਂ, ਕੀ ਉਪਮਾ ਕਰਾਂ। ਜੋ ਮਿਲਿਆ ਅੰਦਰੋਂ ਉਹਦੀ ਕੀ ਵਡਿਆਈ ਕਹਾਂ। ਵੇਖ ਕੇ ਵਿਸਮਾਦ ਹੋ ਗਿਆ ਤੇ ਵਿਸਮਾਦੀ ਦੇ ਆਲਮ ਵਿੱਚ ਹੁਣ ਮੁਖ ਤੋਂ ਕੁਝ ਨਹੀਂ ਕਹਿ ਸਕਦਾ। ਮਗਨ ਭਏ ਊਹਾ ਸੰਗ ਮਾਤੇ, ਓਤ ਪੋਤ ਲਪਟਾਈ। ਕਹਿੰਦੇ ਉਸ ਰਸ ਵਿੱਚ ਮਗਨ ਹੋ ਗਏ ਹਾਂ, ਜਿਵੇਂ ਤਾਣਾ ਪੇਟਾ ਨਹੀਂ ਆਪਸ ਵਿੱਚ ਮਿਲਿਆ ਹੁੰਦਾ, ਕਹਿੰਦੇ ਏਦਾਂ ਉਸ ਰਸ ਦੇ ਵਿੱਚ ਲਪਟ ਹੋ ਗਏ ਆ, ਭਾਵ ਇੱਕ ਮਿਕ ਹੋ ਗਏ ਹਾਂ। ਆਲ ਜਾਲ ਨਹੀਂ ਕਛੂ ਡੰਡਾਰਾ, ਅਹੰਗ ਬੁੱਧ ਨਹੀਂ ਪੂਰਾ। ਕਹਿੰਦੇ ਹੁਣ ਕਿਸੇ ਆਲ ਜਾਲ ਦੇ ਵਿੱਚ ਜਾਂ ਕਿਸੇ ਜੰਜਾਲ ਵਿੱਚ ਨਹੀਂ ਰਹੇ। ਜਿਹੜੀ ਹੰਕਾਰ ਦੀ ਬੁੱਧੀ ਸੀ ਉਹ ਭੋਰਾ ਜਿੰਨੀ ਵੀ ਨਹੀਂ ਰਹੀ। ਭੋਰਾ ਦਾ ਮਤਲਬ ਭੋਰੀ ਜਿੰਨੀ ਵੀ ਹੰਕਾਰ ਦੀ ਬੁੱਧੀ ਅੰਦਰ ਨਹੀਂ ਰਹੀ। ਊਚ ਨਾ ਊਚਾ ਬੀਚ ਨਾ ਖੀਚਾ, ਹਾਂ ਤੇਰਾ ਤੂੰ ਮੋਰਾ। ਜਦੋਂ ਅੰਦਰ ਝਾਤੀ ਮਾਰੀ ਤੇ ਕੀ ਵੇਖਿਆ, ਊਚਨ ਊਚਾ ਵਾਹਿਗੁਰੂ ਤੋਂ ਉੱਚਿਆਂ ਤੋਂ ਉੱਚਾ ਹੈ। ਬੀਚ ਨਾ ਖੀਚਾ, ਹੁਣ ਤੇਰੇ ਤੇ ਮੇਰੇ ਵਿੱਚ ਕੋਈ ਪਰਦਾ ਨਹੀਂ ਰਿਹਾ। ਖੀਚਾ ਦਾ ਮਤਲਬ ਹੁੰਦਾ ਪਰਦਾ, ਤਣਿਆ ਹੋਇਆ, ਖਿੱਚਿਆ ਹੋਇਆ। ਮਹਾਰਾਜ ਤੇਰੇ ਤੇ ਮੇਰੇ 'ਚ ਕੋਈ ਪਰਦਾ ਨਹੀਂ ਰਿਹਾ। ਹੁਣ ਮੈਂ ਤੇਰਾ ਦਾਸ ਹੋ ਗਿਆ ਤੇ ਤੂੰ ਮੋਰਾ, ਤੂੰ ਮੇਰਾ ਸੁਆਮੀ ਹੋ ਗਿਆ, ਤੂੰ ਮੇਰਾ ਮਾਲਕ ਹੋ ਗਿਆ। ਏਕ ਓੰਕਾਰ ਏਕ ਪਸਾਰਾ, ਏਕ ਅਪਰ ਅਪਾਰਾ। ਇੱਕੋ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਾਰਾ ਕੁਝ ਪਸਾਰਿਆ ਹੋਇਆ। ਉਹੀ ਇੱਕ ਹੈ ਜਿਹੜਾ ਅਪਰ ਹੈ, ਪਾਰਾਵਾਰ ਤੋਂ ਰਹਿਤ ਹੈ। ਏਕ ਬਸ ਥੀਰਨ ਏਕ ਸੰਪੂਰਨ, ਏਕ ਪ੍ਰਾਣ ਆਧਾਰਾ। ਇੱਕੋ ਦਾ ਹੀ ਇਹ ਸਾਰਾ ਵਿਸਥਾਰ ਹੈ, ਇੱਕੋ ਹੀ ਸਾਰਿਆਂ 'ਚ ਸੰਪੂਰਨ ਹੋ ਕੇ ਵਰਤ ਰਿਹਾ ਹੈ। ਉਹ ਇੱਕੋ ਹੀ ਹੈ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਦੇ ਪ੍ਰਾਣਾਂ ਦਾ ਆਧਾਰ ਹੈ, ਸਭ ਦਾ ਆਸਰਾ, ਸਭ ਦੇ ਪ੍ਰਾਣਾਂ ਦਾ ਆਸਰਾ ਹੈ। ਨਿਰਮਲ ਨਿਰਮਲ ਸੂਚਾ, ਸੂਚੋ ਸੂਚਾ, ਸੂਚੋ ਸੂਚਾ। ਕਹਿੰਦੇ ਉਹ ਨਿਰਮਲ ਤੋਂ ਨਿਰਮਲ ਹੈ, ਨਿਰਮਲ ਨਿਰਮਲ, ਨਿਰਮਲਾਂ ਤੋਂ ਨਿਰਮਲ ਹੈ। ਫਿਰ ਸੂਚਾ, ਸੂਚੋ, ਸੁੱਚਿਆਂ ਵਿੱਚੋਂ ਵੀ ਸੁੱਚਾ ਹੈ। ਸੂਚਾ, ਸੂਚੋ, ਸੂਚਾ।
5 ਵਾਰ ਮਹਾਰਾਜ ਜੀ ਨੇ ਸ਼ਬਦ ਵਰਤਿਆ, ਸੂਚਾ ਸੂਚੋ ਸੂਚਾ ਸੂਚੋ ਸੂਚਾ। हे ਵਾਹਿਗੁਰੂ ਤੂੰ ਸੁੱਚਿਆਂ ਤੋਂ ਸੁੱਚਾ ਹੈ, ਤਨ ਕਰਕੇ ਵੀ ਮਨ ਕਰਕੇ ਵੀ ਸੁੱਚਿਆਂ ਤੋਂ ਸੁੱਚਾ ਹੈ, ਤੇ ਬਚਨ ਕਰਕੇ ਵੀ ਸੁੱਚਿਆਂ ਤੋਂ ਸੁੱਚਾ ਹੈ, ਕਰਮ ਕਰਕੇ ਵੀ ਸੁੱਚਿਆਂ ਤੋਂ ਸੁੱਚਾ ਹੈ। ਅੰਤ ਨ ਅੰਤਾ ਸਦਾ ਬੇਅੰਤਾ, ਕਹੋ ਨਾਨਕ ਊਚੋ ਊਚਾ। हे ਵਾਹਿਗੁਰੂ ਤੇਰਾ ਅੰਤ ਨਹੀਂ ਹੈ, ਤੂੰ ਸਦਾ ਬੇਅੰਤ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, हे ਰੱਬ ਜੀ ਤੁਸੀਂ ਉੱਚਿਆਂ ਤੋਂ ਉੱਚੇ ਹੋ, ਊਚੋ ਊਚਾ ਮਹਾਰਾਜ ਉੱਚਿਆਂ ਤੋਂ ਉੱਚੇ ਹੋ। ਹਮਾਰਾ ਠਾकुर ਸਾਹਿਬ ਤੇ ਊਚਾ, ਹਮਾਰਾ ਠਾकुर ਸਾਹਿਬ ਤੇ ਊਚਾ। ਹਮਾਰਾ ਠਾकुर ਸਭ ਤੇ ਊਚਾ, ਹਮਾਰਾ ਠਾकुर ਸਭ ਤੇ ਊਚਾ। ਹਮਾਰਾ ਠਾकुर ਸਭ ਤੇ ਊਚਾ, ਹਮਾਰਾ ਠਾकुर ਸਭ ਤੇ ਊਚਾ। ਹਮਾਰਾ ਠਾकुर ਸਭ ਤੇ ਊਚਾ, ਹਮਾਰਾ ਠਾकुर ਸਭ ਤੇ ਊਚਾ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।